ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ ਕ੍ਰਿਸ਼ਨ ਵਰਤਮਾ ਬਨ ਅਘ ਕ੍ਰਿਸ਼ਨ ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ ਕ੍ਰਿਸ਼ਨ ਭਗਤ ਕੋ ਮੇਘਧ ਜਿਸਨ ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ
ਕ੍ਰਿਸ਼ਨ ਵਰਤਮਾ ਬਾਨ ਆਘ ਕ੍ਰਿਸ਼ਨ ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ ਕ੍ਰਿਸ਼ਨ ਭਗਤ ਕੋ ਮੇਘਦ ਜਿਸਨ ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਗੁਰੂ ਗਰੀਬ ਨਵਾਜ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਦਇਆ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਸਾਧੂ ਸੰਗ ਮੁਖ ਜੁਰੇ। ਪਿਛਲੇ ਬਹੁਤ ਸਮੇਂ ਤੋਂ ਆਪ ਨਿਤ ਪ੍ਰਤੀ ਹਾਜ਼ਰੀਆਂ ਭਰ ਦਇਆ ਨਿਧ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਪਵਿੱਤਰ ਸਿਫਤ ਸਾਲਾ ਗਾਵਾਂ ਸ਼ਰਵਣ ਕਰ ਆਪਣੇ ਸਮੇਂ ਨੂੰ ਮਨੁੱਖਾ ਜਾਮੇ ਨੂੰ ਸਫਲਿਆਂ ਬਣਾਉਂਦੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪ ਜੀਆਂ ਕੱਲ ਸ਼ਰਵਣ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਵਿਦਾ ਲੈ ਆਗਿਆ ਲੈ ਜਾਂ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰ ਕਰਤਾਰਪੁਰ ਸਾਹਿਬ ਨਗਰ ਤੋਂ ਆਪਣੇ ਘਰ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਵਿਖੇ ਆਣ ਪਹੁੰਚੇ। ਰਸਤੇ ਵਿੱਚ ਜਦੋਂ ਆ ਰਹੇ ਹੈ, ਕਿਉਂਕਿ ਭਾਵੇਂ ਮਹਾਰਾਜ ਤੋਂ ਵਿਛੜਨ ਨੂੰ ਮਨ ਨਹੀਂ ਕਰਦਾ ਸੀ, ਪਰ ਫਿਰ ਵੀ ਜੋ ਮਨ ਵਿੱਚ ਪ੍ਰਣ ਲਿਆ ਸੀ ਵੀ ਅਸੀਂ ਕਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਨਹੀਂ ਮੋੜਾਂਗੇ, ਉਹ ਪ੍ਰਣ ਨੂੰ ਪੂਰਾ ਕਰਦਿਆਂ ਹੋਇਆਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇੱਥੇ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਨਗਰ ਨੂੰ ਤੁਰੇ। ਰਸਤੇ ਵਿੱਚ ਹਜ਼ੂਰ ਦੀ ਜਦੇ ਮਿੱਠੀ ਯਾਦ ਆਉਂਦੀ ਹੈ ਤਾਂ ਮਹਾਰਾਜ ਦੇ ਨੇਤਰ ਸਜਲ ਹੋ ਜਾਂਦੇ। ਚੱਲਦੇ ਹੋਏ ਨਗਰ ਖਡੂਰ ਆਪਣੇ ਗ੍ਰਹਿ ਵਿਖੇ ਆਣ ਪਧਾਰੇ ਹੈ। ਜਦੇ ਹੀ ਮਹਾਰਾਜ ਘਰ ਵਿੱਚ ਵੜੇ ਆ, ਕਿਸੇ ਨਾਲ ਬੋਲੇ ਨਹੀਂ, ਕੋਈ ਬਚਨ ਵਿਲਾਸ ਨਾ ਕੀਤਾ, ਸਿੱਧਾ ਹੀ ਖਾਲਸਾ ਜੀ ਆਪਣੀ ਕੋਠੜੀ ਵਿੱਚ ਆਣ ਵੜੇ ਆ। ਮਾਤਾ ਜਗਤ ਮਾਤਾ ਸਭਰਾਈ ਜੀ ਵੇਖ ਰਹੇ ਆ ਤੇ ਪੁੱਛਿਆ ਕਿ ਹੇ ਗੁਰੂ ਅੰਗਦ ਦੇਵ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁੱਖਾਂ ਦੇ ਦਾਤਿਆਂ ਦਾ ਕੀ ਹਾਲ ਹੈ? ਅੱਗੇ ਕਦੇ ਨਹੀਂ ਤੁਸੀਂ ਆਏ ਹੋ ਤੇ ਉਹਨਾਂ ਨੂੰ ਕਿੱਥੇ ਛੱਡ ਆਏ ਹੋ? ਗੁਰੂ ਅੰਗਦ ਦੇਵ ਜੀ ਮਹਾਰਾਜ ਕੁਝ ਨਹੀਂ ਬੋਲੇ, ਚੁੱਪ ਰਹੇ। ਮਾਤਾ ਜੀਆਂ ਦੂਜੀ ਵਾਰ ਫੇਰ ਪੁੱਛਣਾ ਕੀਤਾ ਕਿ ਤੁਹਾਡਾ ਚਿਹਰਾ ਵੀ ਬੜਾ ਉਤਰਿਆ ਹੋਇਆ ਹੈ, ਰੰਗ ਤੁਹਾਡਾ ਪੀਲਾ ਪਿਆ ਹੋਇਆ ਹੈ, ਕੀ ਗੱਲ ਹੈ? ਤੋ ਸਾਧ ਸੰਗਤ ਜੀ ਹਜ਼ੂਰ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਮੁਖੋਂ ਕੇਵਲ ਇੰਨੇ ਬਚਨ ਆਖੇ, ਹੈ ਮਾਤਾ, ਸਾਡੇ ਨੇਤਰਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੂਰਤ ਵੇਖਣ ਤੋਂ ਬਿਨਾਂ ਹੋਰ ਕੁਝ ਭਾਉਂਦਾ ਨਹੀਂ।
ਹੋਰ ਕੋਈ ਚਿੱਤ ਵਿੱਚ ਆਉਂਦਾ ਸਾਡਾ ਹਿਰਦਾ ਦੁਖਦਾ ਹੈ। ਕਿਸੇ ਹੋਰ ਦੇ ਕੰਨੀ ਸ਼ਬਦ ਪੈਣ ਮਹਾਰਾਜ ਤੋਂ ਬਿਨਾਂ ਸਾਡੇ ਕੰਨ ਵੀ ਦੁਖਦੇ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿਫਤ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਕਰੀਏ ਮਾਤਾ ਸਾਡੀ ਰਸਨਾ ਵੀ ਦੁਖਦੀ ਹੈ। ਇਹ ਜਦ ਵਚਨ ਕਹੇ ਤੇ ਮਾਤਾ ਸੁਭਰਾਈ ਜੀਆਂ ਸਵਾਲ ਰੂਪ ਵਿੱਚ ਪੁੱਛਿਆ ਕਿ ਹੇ ਲਾਲ, ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਵੀ ਕੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਪਧਾਰ ਗਏ ਹੈ। ਇਹ ਖਾਲਸਾ ਜੀ ਜਦੋਂ ਮਾਤਾ ਜੀ ਨੇ ਪੁੱਛਿਆ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨੇਤਰਾਂ ਚੋਂ ਜਲ ਚੱਲ ਪਿਆ। ਫਿਰ ਬੜਾ ਸਤਿਗੁਰਾਂ ਨੇ ਵੈਰਾਗ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਯਾਦ ਵਿੱਚ। ਫਿਰ ਮਾਤਾ ਸੁਭਰਾਈ ਜੀ ਨੂੰ ਆਖਿਆ ਕਿ ਅਸੀਂ ਆ ਕੋਠੜੀ ਵਿੱਚ ਬੈਠਣ ਲੱਗੇ ਹਾਂ, ਸਾਨੂੰ ਕੋਈ ਨਾ ਬੁਲਾਵੇ, ਇਹਨੂੰ ਦਰਵਾਜ਼ਾ ਲਾ ਦੇ, ਗਾੜੀ ਚਣਵਾਈ ਕਰ ਦਿਓ ਤੇ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਕਿੱਥੇ ਹਾਂ। ਮਾਤਾ ਜੀਆਂ ਖਾਲਸਾ ਜੀ ਚਾਹੇ ਨਹੀਂ ਮੰਨ ਸੀ ਪਰ ਫਿਰ ਵੀ ਮਹਾਰਾਜ ਦਾ ਹੁਕਮ ਜਾਣ ਮੰਨਿਆ। ਦਰਵਾਜ਼ੇ ਅੱਗੇ ਚਣਵਾਈ ਕਰਵਾਓ ਤੇ ਪੋਚਾ ਮਾਰ ਦਿੱਤਾ ਵੀ ਪਤਾ ਹੀ ਨਾ ਲੱਗੇ ਵੀ ਇਸ ਕਮਰੇ ਨੂੰ ਦਰਵਾਜ਼ਾ ਵੀ ਹੈ ਕਿ ਨਹੀਂ। ਇਸ ਤਰ੍ਹਾਂ ਗੁਰੂ ਗਰੀਬ ਨਵਾਜ ਜੀਆਂ ਨੇ ਫਿਰ ਖਾਲਸਾ ਦੀ ਸਮਾਧੀ ਲਾ ਲਈ। ਇੱਧਰ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦ ਜੋਤੀ ਜੋਤ ਸਮਾ ਗਏ। ਸੰਗਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਕਰਤਾਰਪੁਰ ਸਾਹਿਬ ਆਉਂਦੀਆਂ, ਮਹਾਰਾਜ ਦੇ ਦਰਸ਼ਨ ਹੁੰਦੇ ਨਹੀਂ। ਸਾਰੇ ਸਿੱਖਾਂ ਨੇ ਖਾਲਸਾ ਜੀ ਵਿਆਕੁਲ ਹਿਰਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਪਾਸ ਆਣ ਬੇਨਤੀ ਕੀਤੀ ਕਿ ਹੇ ਬਾਬਾ ਜੀ ਦੱਸੋ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਿਵੇਂ ਕਰੀਏ। ਸਭ ਸਿੱਖਾਂ ਦੀ ਬੇਨਤੀ ਸੁਣ ਬਾਬਾ ਬੁੱਢਾ ਸਾਹਿਬ ਦੀਆਂ ਸੰਗਤੀ ਰੂਪ ਵਿੱਚ ਆਖਿਆ ਕਿ ਸਾਨੂੰ ਜਾਂ ਸਭ ਸੰਗਤ ਨੂੰ ਮਹਾਰਾਜ ਆਖਿਆ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਅਸੀਂ ਸਾਡੇ ਜਿਨ੍ਹਾਂ ਦਰਸ਼ਨ ਕਰਨੇ ਉਹ ਭਾਈ ਲਹਿਣਾ ਤਥਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰੋ। ਇਹਨਾਂ ਦੀ ਸੇਵਾ ਹੀ ਸਾਡੀ ਸੇਵਾ ਹੈ, ਅਸੀਂ ਇਹਨਾਂ ਵਿੱਚ ਅਭੇਦ ਹੋ ਰਹੇ ਹਾਂ। ਤੇ ਸੰਗਤਾਂ ਆਖਿਆ ਬਾਬਾ ਜੀ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਕਿੱਥੇ ਹੈ। ਆਖਿਓ ਭਾਈ ਲੱਭੋ ਕਿੱਥੇ ਹਨ, ਜਿੱਥੇ ਜਿੱਥੇ ਵੀ ਮਹਾਰਾਜ ਜਾਇਆ ਕਰਦੇ ਸਾਰੀਆਂ ਥਾਵਾਂ ਇੱਥੇ ਮੁਕਤਸਰ ਸਾਹਿਬ ਤੀਕਰ ਖਾਲਸਾ ਜੀ ਮੱਤੇ ਦੀ ਸਰਾਂ ਸਰਾਏ ਨਾਗਾ ਤੀਕਰ ਸੰਗਤਾਂ ਲੱਭਦੀਆਂ ਰਹੀਆਂ ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕੋਈ ਪਤਾ ਨਾ ਲੱਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਪਾਸ ਸੰਗਤਾਂ ਨੇ ਆਣ ਬੇਨਤੀ ਕੀਤੀ। ਬਾਬਾ ਜੀ ਨੇ ਫਿਰ ਉਹ ਬਚਨ ਯਾਦ ਕੀਤੇ ਕਿ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਵਰਦਾਨ ਮਿਲਿਆ ਸੀ ਸੇਵਾ ਵਿੱਚੋਂ ਕਿ ਤੁਹਾਥੋਂ ਓਹਲੇ ਕਦੇ ਨਾ ਹੋਸਾਂ, ਸਾਡਾ ਸਰੂਪ ਨਹੀਂ ਤੁਹਾਥੋਂ ਕਦੇ ਛੁਪੇਗਾ। ਚਲੋ ਤੁਹਾਨੂੰ ਦਸੀਏ ਫਿਰ ਕਿੱਥੇ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ। ਇਉਂ ਸੰਗਤਾਂ ਨੂੰ ਖਾਲਸਾ ਜੀ ਨਾਲ ਲਾ ਬਾਬਾ ਜੀ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਸੁਭਰਾਈ ਜੀਆਂ ਦੇ ਦਰਸ਼ਨ ਕੀਤੇ। ਬੇਨਤੀ ਕੀਤੀ ਕਿ ਮਾਤਾ ਜੀ ਦੱਸੋ ਸੱਚੇ ਪਾਤਸ਼ਾਹ ਸਾਹਿਬਾਨ ਕਿੱਥੇ ਹੈ। ਹੁਣ ਮਾਤਾ ਜੀਆਂ ਨੂੰ ਹੁਕਮ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਬੋਲੇ ਕੁਝ ਨਾ ਝੂਠ ਬੋਲ ਸਕਦੇ ਆ ਤੇ ਨਾ ਹੀ ਮਹਾਰਾਜ ਦਾ ਬਚਨ ਤੋੜ ਸਕਦੇ ਆ। ਚੁੱਪ ਹੀ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਜਾਂ ਭਾਈ ਸਧਾਰਨ ਭਾਈ ਭਗੀਰਥ ਵਰਗੇ ਜਾਣ ਗਏ ਆ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਹੀ ਹੈ। ਮਾਤਾ ਜੀ ਵਰਜੇ ਹੋਏ ਨਹੀਂ ਦੱਸ ਰਹੇ ਮਹਾਰਾਜ ਦੇ। ਤਦੇ ਫਿਰ ਖਾਲਸਾ ਜੀ ਬਾਬਾ ਜੀ ਲੱਭਦੇ ਆ ਤੇ ਉਹ ਵੇਖਦੇ ਵੀ ਸਾਰਿਆਂ ਕਮਰਿਆਂ ਨੂੰ ਦਰਵਾਜ਼ੇ ਹੈ, ਐਸ ਕੋਠੜੀ ਨੂੰ ਦਰਵਾਜ਼ਾ ਨਹੀਂ। ਸੂਝਵਾਨ ਤੇ ਤਤ ਬੇਤੇ ਸੀਗੇ। ਅਰਦਾਸ ਕੀਤੀ ਮਹਾਰਾਜ ਹੋ ਨਾ ਹੋ ਮਹਾਰਾਜ ਤੁਸੀਂ ਇਸੇ ਕੋਠੜੀ ਵਿੱਚ ਹੋ, ਤੁਹਾਡੇ ਬਚਨ ਹੋਏ ਸੀ ਪਹਿਲੇ ਸਰੂਪ ਵਿੱਚ ਵੀ ਤੁਹਾਥੋਂ ਓਹਲੇ ਕਦੇ ਨਾ ਹੋਸਾਂ। ਹੁਣ ਮਹਾਰਾਜ ਦਰਸ਼ਨ ਬਖਸ਼ੋ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੁਹਾਨੂੰ ਵਡਿਆਈ ਬਖਸ਼ਿਸ਼ ਕੀਤੀ ਗੁਰਤਾ ਦੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਪਾਪੀਆਂ ਜੀਵਾਂ ਨੂੰ ਤਾਰਦੇ ਰਹੇ ਮਹਾਰਾਜ ਤੁਸੀਂ ਵੀ ਦਰਸ਼ਨ ਦੇ ਕਰਕੇ ਹੁਣ ਤਾਰੋ। ਇਹ ਗੁਰਤਾ ਦਾ ਤਿਲਕ ਮਹਾਰਾਜ ਜੀ ਤੁਹਾਨੂੰ ਇਸ ਅੰਦਰ ਬੈਠਣ ਵਾਸਤੇ ਨਹੀਂ ਮਿਲਿਆ। ਐਸੇ ਖਾਲਸਾ ਜੀ ਬੇਨਤੀ ਪੂਰਵਕ ਬਾਬਾ ਜੀ ਅਰਦਾਸਾ ਸੋਧ ਕਰਕੇ ਉਹ ਸਾਰੀ ਚਣਾਈ ਜਿਹੜੀ ਸੀ ਦਰਵਾਜ਼ੇ ਦੀ ਪੱਟ ਸੁੱਟੀ। ਜਦੇ ਹੀ ਦਰਵਾਜ਼ਾ ਖੋਲਿਆ, ਸਾਹਮਣੇ ਐਨ ਦਗ ਦਗ ਕਰਦਾ ਚਿਹਰਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਜਿਵੇਂ ਸਾਧ ਸੰਗਤ ਜੀ ਕੈਲਾਸ਼ ਪਰਬਤ ਤੇ ਸ਼ਿਵ ਭਗਵਾਨ ਸਮਾਧੀ ਲਾ ਬੈਠੇ, ਨੇਤਰ ਮੂੰਦੇ ਹੋਏ ਸੱਚੇ ਪਾਤਸ਼ਾਹ ਜੀਆਂ। ਬਾਬਾ ਜੀਆਂ ਫਿਰ ਬੇਨਤੀਆਂ ਕੀਤੀਆਂ ਪਰ ਮਹਾਰਾਜਿਆਂ ਨੇਤਰ ਨਾ ਉਗੇੜੇ।
ਫਿਰ ਖਾਲਸਾ ਜੀ ਮਾਤਾ ਸਬਰਾਈ ਜੀਆਂ ਨੂੰ ਵੀ ਬੇਨਤੀ ਕੀਤੀ ਵੀ ਮਾਤਾ ਜੀ ਤੁਸੀਂ ਕਿਰਪਾ ਕਰੋ, ਆਖੋ ਇਹਨਾਂ ਨੂੰ ਕਿ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ, ਸੰਗਤਾਂ ਵਿਆਕੁਲ ਹੋ ਰਹੀਆਂ ਹਨ। ਫਿਰ ਖਾਲਸਾ ਜੀ ਸਭ ਸੰਗਤਾਂ ਦੇ ਵਾਰ-ਵਾਰ ਬੇਨਤੀ ਕਰਨ ਤੇ ਜਦੇ ਫਿਰ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਨੇਤਰ ਉਘੇੜੇ ਐ। ਪਹਿਲਾ ਬਚਨ ਬਾਬਾ ਜੀਆਂ ਨੂੰ ਇਹੀ ਆਖਿਆ, ਬਾਬਾ ਬੁੱਢਾ ਸਾਹਿਬ ਜੀਆਂ ਨੂੰ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਆ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਸੰਸਾਰ ਤੇ ਸਾਨੂੰ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਜਿਉਣਾ, ਬਿਨਾਂ ਜਿਉਣਾ ਤ੍ਰਿਗ ਲੱਗਦਾ ਔਖਾ ਹੈ। ਸਾਨੂੰ ਉਹਨਾਂ ਤੋਂ ਪਹਿਲਾਂ ਹੀ ਸੱਚਖੰਡ ਚਲੇ ਜਾਣਾ ਚਾਹੀਦਾ ਸੀ। ਇਸ ਤੋਂ ਬਾਅਦ ਖਾਲਸਾ ਜੀ ਸੰਗਤਾਂ ਵਿੱਚ ਬਾਹਰ ਆਣ ਕਰਕੇ ਫਿਰ ਖੁੱਲੇ ਵਿਹੜੇ ਵਿੱਚ ਸੁੰਦਰ ਆਸਣ ਲੱਗਾ। ਮਹਾਰਾਜ ਨੇ ਆਣ ਭਾਗ ਲਾਏ, ਬੇਅੰਤ ਜੀਵਾਂ ਦਾ ਕਲਿਆਣ ਕੀਤਾ। ਬਾਬਾ ਬੁੱਢਾ ਸਾਹਿਬ ਜੀ ਵੀ ਇੱਥੇ ਹੀ ਰਹਿ ਪਏ, ਸੰਗਤਾਂ ਵੀ ਇੱਥੇ ਹੀ ਹਨ। ਨਿਤਾ ਪ੍ਰਤੀ ਬਾਬਾ ਜੀ ਨਾਲ ਵਿਚਾਰ ਹੁੰਦੀ ਗੁਰੂ ਪਾਤਸ਼ਾਹ ਮਹਾਰਾਜ ਦੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬੇਅੰਤ ਕੌਤਕਾਂ ਬਾਰੇ। ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਇਹ ਬਾਬਾ ਜੀ ਕੋਈ ਹੈ ਇਹੋ ਜਿਹਾ ਜਿਹਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬੜੀ ਸੰਗਤ ਕੀਤੀ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਦੇ ਸਾਰੇ ਕੌਤਕਾਂ ਤੋਂ ਜਾਣੂ ਹੋਵੇ, ਸਾਨੂੰ ਇਤਿਹਾਸ ਸੁਣਾਵੇ। ਬਾਬਾ ਬੁੱਢਾ ਸਾਹਿਬ ਜੀ ਫਿਰ ਦੱਸਦੇ ਵੈ, ਮਹਾਰਾਜ ਇੱਕ ਜ਼ਿਮੀਂਦਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮਕਾਲੀ, ਜਿਨ੍ਹਾਂ ਨੇ ਬੜਾ ਸਮਾਂ ਮਹਾਰਾਜ ਦੀ ਸੰਗਤ ਕੀਤੀ, ਖੰਡਾਂ ਵਰਪੰਡਾਂ ਵਿੱਚ ਗਏ, ਸੰਧੂ ਗੋਤ ਦੇ ਧੰਨ ਬਾਬਾ ਬਾਲਾ ਜੀ ਹਨ। ਤੇ ਮਹਾਰਾਜ ਉਹ ਹੀ ਤੁਹਾਨੂੰ ਇਤਿਹਾਸ ਸੁਣਾ ਸਕਦੇ। ਜਦੋਂ ਕਿਤੇ ਇੱਥੇ ਆਏ ਖਡੂਰ ਸਾਹਿਬ ਦੀ ਧਰਤੀ ਤੇ, ਮਹਾਰਾਜ ਉਹਨਾਂ ਤੋਂ ਇਤਿਹਾਸ ਸੁਣ ਲੈਣਾ। ਇਹਨਾਂ ਨੂੰ ਖਾਲਸਾ ਜੀ ਬਾਬਾ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦੂਸਰੇ ਸਰੂਪ ਨੂੰ ਲੱਭਦੇ ਹੋਏ ਖਡੂਰ ਸਾਹਿਬ ਆਣ ਪਹੁੰਚੇ। ਮੇਲ ਹੋਇਆ, ਸਤਿਗੁਰਾਂ ਦੇ ਚਰਨ ਪਰਸੇ ਆ ਬਾਬਾ ਬਾਲਾ ਜੀਆਂ। ਫਿਰ ਖਾਲਸਾ ਜੀ ਉਹ ਸਾਰੀ ਮਹਾਰਾਜ ਦੇ ਨਾਲ ਜਿੰਨਾ ਵਿਚਰੇ ਸੀ ਬਾਬਾ ਬਾਲਾ ਜੀ, ਸਾਰੀ ਕਥਾ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਤੋਂ ਲੈ ਸਾਰੀ ਕਥਾ ਫਿਰ ਉਹ ਸੁਣਾਈ। ਉਹ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਦਰਜ ਹੈ। ਬਾਬਾ ਬਾਲਾ ਜੀਆਂ ਵਾਲੀ ਪੁਰਾਤਨ ਜਨਮ ਸਾਖੀ ਛੰਦਾਬੰਦੀ ਅੰਦਰ ਹੈ, ਉਹ ਆਪ ਜੀਆਂ ਪਿੱਛੇ ਸ਼ਰਵਣ ਕਰੀ ਹੈ। ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਕੱਲ ਵੀ ਚਾਰਿਆ ਅੱਗੇ। ਜਿਵੇਂ ਖਾਲਸਾ ਜੀ ਗੁਰੂ ਗਰੀਬ ਨਿਵਾਜ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨਿਤ ਕਿਰਿਆ ਕੀ ਸੀ, ਉਹਦੀ ਬਾਬਤ ਬਾਬਾ ਰਾਮ ਕੋਇਰ ਜੀ ਸਿੱਖਾਂ ਤਾਈਂ ਦੱਸ ਰਹੇ ਆ। ਕਵੀ ਸੰਤੋਖ ਸਿੰਘ ਜੀ ਉਹ ਸਾਰਾ ਇਤਿਹਾਸ ਵਾਰਤਕ ਰੂਪ ਨੂੰ ਛੰਦਾਬੰਦੀ ਅੰਦਰ ਦਰਜ ਕੀਤਾ। ਮਨ ਚਿਤ ਬਿਰਤੀਆਂ ਕਾਗਰ ਕਰੋ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ। ਓਏ ਖਾਲਸਾ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਬਾਲਾ ਪ੍ਰੀਤਮ ਜੋਜੀ ਪਾਤਸ਼ਾਹ ਮਹਾਰਾਜ ਦੀ ਬਾਬਤ ਮੰਗਲ ਕਰਦੇ ਸਿਫਤ ਸਲਾਘਾ ਕਵੀ ਜੀ। ਸੱਚੇ ਗੁਰੂ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਪੂਰਨ ਹਨ, ਭਾਵ ਕੇ ਪਰਿਪੂਰਨ, ਸਰਬ ਪਾਸੇ ਵਿਆਪਕ ਹਨ। ਕ੍ਰਿਸ਼ਨ ਵਰਤਮਾ ਬਣ ਅਘ ਕ੍ਰਿਸ਼ਨ। ਤੇ ਜਿਹੜੇ ਅਗ ਪਾਪਾਂ ਦਾ ਕ੍ਰਿਸ਼ਨ ਕਹੀਏ ਕਾਲੇ, ਜਾਂ ਕਹਿ ਲੋ ਖਾਲਸਾ ਜੀ ਅਗ ਪਾਪਾਂ ਦਾ ਜਿਹੜਾ ਕ੍ਰਿਸ਼ਨ ਕਾਲਾ ਬਣ ਜੰਗਲ ਹੈ। ਕਾਲਾ ਜੰਗਲ ਕਿਹੜਾ ਹੁੰਦਾ ਖਾਲਸਾ ਜੀ? ਜਿੱਥੇ ਰੁੱਖ ਬਹੁਤੇ ਹੋਣ ਤੇ ਉਹਨੂੰ ਸੰਘਣਾ ਜੰਗਲ, ਕਾਲਾ ਗਾੜਾ ਜੰਗਲ ਆਖਦੇ ਵਾ। ਜਿਹੜਾ ਪਾਪਾਂ ਰੂਪੀ ਗਾੜਾ ਸੰਘਣਾ ਕਾਲਾ ਜੰਗਲ ਹੈ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਨਾਮ, ਤਿਨਾਂ ਦੀ ਸਿਮਰਤੀ ਕ੍ਰਿਸ਼ਨ ਵਰਤਮਾ। ਉਹ ਜੰਗਲ ਨੂੰ ਜਿਵੇਂ ਦਾਵਾ ਅਗਨ ਸਾੜਦੀ ਹੈ, ਪਾਪਾਂ ਰੂਪੀ ਕਾਲੇ ਜੰਗਲ ਨੂੰ ਸਾੜਨ ਵਾਲਾ ਨਾਮ ਹੈ ਦਾਵਾ ਅਗਨਵਤ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀਆਂ ਦਾ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕ੍ਰਿਸ਼ਨ ਕਹੀਏ ਪ੍ਰਮਾਤਮਾ ਪਰਮੇਸ਼ਵਰ ਦਾ ਸਰੂਪ ਹਨ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾਸ ਜਿਸ ਕ੍ਰਿਸ਼ਨ, ਅਰਥਾਂ ਵਾਸਤੇ ਨੰਨਾ ਅੱਡ ਕਰੀਏ, ਜਿਸ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀਆਂ ਦੇ ਦਾਸ ਸੇਵਕ ਕ੍ਰਿਸ਼ਨ। ਕ੍ਰਿਸ਼ ਕਹੀਏ ਕਮਜ਼ੋਰ ਨਾ ਨਹੀਂ ਹਨ, ਕਮਜ਼ੋਰ ਨਹੀਂ। ਕਵੀ ਜੀਆਂ ਦਾ ਇਸ਼ਾਰਾ ਖਾਲਸਾ ਜੀ ਇੱਥੇ ਉਹ ਛੱਜੂ ਝੀਵਰ ਵਾਲੇ ਪਾਸੇ ਹੈ,
ਕਿ ਜਿਹੜੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨੀ ਲੱਗਦੇ ਵਾ, ਉਹ ਚਾਹੇ ਕਿੱਡੇ ਵੀ ਖਾਲਸਾ ਜੀ ਅਨਪੜ੍ਹ ਜਿਹੜੀ ਵਾ ਮੋਟੀ ਮੱਤ ਦੇ ਹੋਣ, ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਭਲਾ ਕਰਦੇ ਵਾ, ਉਹ ਵੀ ਗੂੜ੍ਹ ਗਿਆਨੀ ਬਣ ਜਾਂਦੇ। ਜਦੋਂ ਇੱਥੇ ਖਾਲਸਾ ਜੀ ਪੰਜੋਖਰਾ ਸਾਹਿਬ ਵਾਲੇ ਪਾਵਨ ਸਥਾਨ ਤੇ ਜਦੋਂ ਮਹਾਰਾਜ ਦਿੱਲੀ ਜਾਂਦਿਆਂ ਠਹਿਰੇ ਹੈ, ਬਾਲਾ ਪ੍ਰੀਤਮ ਜੀ ਸਿੱਖਾਂ ਨੇ ਖਾਲਸਾ ਜੀ ਸਿੱਖਾਂ ਦਾ ਬਹੁਤਾ ਇਕੱਠ ਵੇਖ ਕੇ ਲਾਲ ਨਾਵੇਂ ਪੰਡਤ ਕਹਿੰਦਾ, ਬਈ ਕਾਹਦਾ ਇਕੱਠ ਹੋਇਆ ਇੰਨਾ ਇੱਥੇ? ਸਿੱਖਾਂ ਦੱਸਿਆ ਵੀ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦੀ ਗੁਰਤਾ ਦੇ 8ਵੇਂ ਵਾਰ 60ਵਾਂ ਸਰੂਪ ਆਏ ਹੋਏ ਆ। ਜਦੇ ਖਾਲਸਾ ਜੀ ਉਹ ਗੱਲਾਂ 'ਚੋਂ ਪਤਾ ਲੱਗਿਆ ਵੀ ਬੜੀ ਛੋਟੀ ਉਮਰ ਹੈ। ਕਹਿੰਦੇ ਉਮਰ ਕਿੱਡੀ ਛੋਟੀ ਵਾ ਤੇ ਨਾਂ ਕਿੱਡਾ ਵੱਡਾ ਕਿ ਹਰਿਕ੍ਰਿਸ਼ਨ ਜੀ, ਤੇ ਉਹ ਸਾਡੇ ਭਗਵਾਨ ਕ੍ਰਿਸ਼ਨ ਜੀਆਂ ਤਾਂ ਗੀਤਾ ਉਚਾਰੀ, ਇਹਨਾਂ ਨੂੰ ਗੀਤਾ ਚਾਹੇ ਪੜ੍ਹਨੀ ਨਾ ਆਉਂਦੀ ਹੋਵੇ, ਅਰਥ ਤਾਂ ਦੂਰ ਦੀ ਗੱਲ। ਇਹ ਸਿੱਖਾਂ ਫਿਰ ਖਾਲਸਾ ਜੀ ਸਿੱਖਾਂ ਨੂੰ ਕਿੱਥੇ ਗੁਰੂ ਦੀ ਨਿੰਦਿਆ ਪਾਉਂਦੀ ਹੈ। ਗੁਰੂ ਗਰੀਬ ਨਵਾਜ ਦੇ ਪਾਸ ਸਿੱਖਾਂ ਬੇਨਤੀ ਕੀਤੀ, ਮਹਾਰਾਜ ਲਾਲ ਨਾਵੇਂ ਪੰਡਤ ਇਉਂ ਬੋਲਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਵਿਦਿਆ ਦਾ ਹੰਕਾਰੀ ਹੋ ਗਿਆ। ਉਹਨੂੰ ਖਾਲਸਾ ਜੀ ਦੀ ਨਿਵਰਤੀ ਕਰਨ ਵਾਸਤੇ ਉਹਦੀ ਹੰਕਾਰ ਦੀ ਸ਼ੰਕੇ ਦੀ ਸੱਦਿਆ ਕੋਲ ਬੁਲਾਇਆ। ਮਹਾਰਾਜ ਕਹਿੰਦੇ, ਭਾਈ ਬ੍ਰਾਹਮਣ ਕਿਤੇ ਮਨ ਵਿੱਚ ਇਹ ਸ਼ੰਕਾ ਨਾ ਲੈ ਆਉਣਾ ਕਿ ਇਹ ਤਾਂ ਗੁਰਤਾ ਦੇ ਮਾਲਕ ਵੈ, ਸਭ ਇਹਨਾਂ ਦੇ ਪਾਸ ਵੈ, ਕਿਤੇ ਕਿਸੇ ਬ੍ਰਾਹਮਣ ਨੂੰ ਰੱਖ ਕੇ ਤੇ ਇਹਨਾਂ ਨੇ ਕਿਤੋਂ ਅਰਥ ਪੜ੍ਹ ਲਏ ਹੋਣੇ ਆ ਗੀਤਾ ਦੇ, ਇਸ ਕਰਕੇ ਅਸੀਂ ਖੁਦ ਅਰਥ ਨਹੀਂ ਕਰਾਂਗੇ। ਕਿਤੇ ਤੇਰੇ ਮਨ ਵਿੱਚ ਇਹ ਆਵੇ ਵੀ ਕਿਹੜੀ ਵੱਡੀ ਗੱਲ ਗੀਤਾ ਦੇ ਅਰਥ ਪੜ੍ਹ ਲਏ, ਲੈ ਤੇਰੇ ਸ਼ੰਕੇ ਦੀ ਨਿਵਰਤੀ ਕਰੀਏ। ਨਗਰ ਵਿੱਚੋਂ ਪੰਜੋਖਰੇ ਵਿੱਚੋਂ ਜਿਹੜਾ ਮਰਜ਼ੀ ਲੈ ਆ, ਅਸੀਂ ਉਸੇ ਦੇ ਅਰਥ ਕਰਵਾ ਦਿਆਂਗੇ। ਇਹ ਬ੍ਰਾਹਮਣ ਖਾਲਸਾ ਜੀ ਬੜਾ ਚਲਾਕ ਸੀਗਾ। ਉੱਥੇ ਨਗਰ ਚੋਂ ਖੂਹਾਂ ਤੋਂ ਪਹਿਲਾਂ ਪਾਣੀ ਢੋਂਦੇ ਸੀ ਇਹ ਚੀਵਰ। ਖਾਲਸਾ ਜੀ ਪਾਣੀ ਢੋ ਕੇ ਤੇ ਜਿਹਦਾ ਸਿਰ ਪੋਲਾ ਹੋਇਆ ਸੀ, ਵੱਡੇ ਵੱਡੇ ਉਹਦੇ ਖਾਲਸਾ ਜੀ ਨਹੁੰ, ਬਹੁਤ ਸਰੀਰ ਮੈਲਾ ਕੁਚੈਲਾ, ਪੈਰ ਜਿਹਦੇ ਪਾਣੀ ਢੋ ਕੇ ਖਾਲਸਾ ਜੀ ਵੇਈਆਂ ਵਿੱਚ ਤੇੜਾਂ ਪਈਆਂ ਹੋਈਆਂ, ਤੇ ਪਾਣੀ ਢੋ ਕੇ ਕੰਨਾਂ ਤੋਂ ਵੀ ਸੁਣਨੋਂ ਹਟ ਗਿਆ ਸੀ, ਦਿਸਦਾ ਵੀ ਥੋੜਾ ਸੀ, ਤੇ ਜ਼ੁਬਾਨ ਵੀ ਖਾਲਸਾ ਜੀ ਹੈ ਨਹੀਂ ਸੀ, ਗੂੰਗਾ ਹੋਇਆ ਸੀ। ਇਹਨੂੰ ਲੈ ਆਇਆ ਵੀ ਹੁਣ ਇਹ ਤੋਂ ਅਰਥ ਕਰਾ ਕੇ ਵਿਖਾਉਣ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਪਾਸ ਬੈਠ ਗਿਆ। ਮਹਾਰਾਜ ਨੇ ਜਦੋਂ ਬਚਨ ਕੀਤਾ, ਭਾਈ ਬੋਲੋ, ਕਰੋ ਗੀਤਾ ਦੇ ਅਰਥ। ਖਾਲਸਾ ਜੀ ਉਹ ਵਿਚਾਰਾ ਹੁਣ ਅਰਥ ਕੀ ਕਰੇ, ਉਹਨੂੰ ਸੁਣਦਾ ਵੀ ਨਹੀਂ, ਉਸੇ ਤਰ੍ਹਾਂ ਹੀ ਬੈਠਾ ਏ। ਲਾਲ ਨਾਵੇਂ ਪੰਡਤ ਬੜਾ ਖੁਸ਼ ਹੁੰਦਾ। ਕਹਿੰਦੇ ਜਿੱਡਾ ਨਾਮ ਹੈ ਓਡੀ ਕਰਾਮਾਤ ਨਹੀਂ। ਮਹਾਰਾਜ ਨੇ ਫੂਲ ਛੜੀ ਖਾਲਸਾ ਜੀ ਛੱਜੂ ਚੀਵਰ ਦੇ ਜਦੇ ਹੀ ਉਹ ਸੀਸ ਤੇ ਰੱਖੀ। ਉਸ ਸਮੇਂ ਖਾਲਸਾ ਜੀ ਇਹ ਜਿਹੜਾ ਵੈ ਛੱਜੂ ਚੀਵਰ ਬ੍ਰਾਹਮਣ ਤਾਂ ਹੀ ਬੋਲਦਾ ਵੈ ਕਿ ਕਾਸ਼ਮੰ ਸ਼ਾਸਤਰ ਪ੍ਰਵਿਰਤਤੰ, ਜਾਂ ਕਾਸ਼ਮੰ ਸ਼ਾਸਤਰ ਪ੍ਰਵਿਰਤ ਤੇ। ਕਹਿੰਦਾ ਹਾਂ ਬ੍ਰਾਹਮਣ ਜੀ ਦੱਸੋ ਕਿਸ ਸ਼ਾਸਤਰ ਵਿੱਚ? ਸ਼ਾਂਖ ਸ਼ਾਸਤਰ ਵਿੱਚ, ਪਤੰਜਲ ਸ਼ਾਸਤਰ ਵਿੱਚ, ਕਿਹੜੇ ਸ਼ਾਸਤਰ ਵਿੱਚ ਤੁਸੀਂ ਸਾਡੇ ਨਾਲ ਵਿਚਾਰ ਕਰੋਗੇ? ਇਹ ਬੋਲਿਆ ਵਾ ਉਹ ਛੱਜੂ ਚੀਵਰ ਜਿਹੜਾ ਖਾਲਸਾ ਜੀ ਸਮੇਂ ਤੋਂ ਬੋਲਾ ਸੀ, ਗੂੰਗਾ ਸੀ। ਇਹਦੀ ਹੱਦ ਨਾ ਰਹੀ ਹੈਰਾਨੀ ਦੀ ਵੀ, ਇਹ ਤਾਂ ਬੋਲਾ ਗੂੰਗਾ ਤੇ ਗੱਲ ਵੀ ਸੰਸਕ੍ਰਿਤ ਵਿੱਚ ਬੋਲਦਾ ਵਾ ਕਿ ਕਾਸ਼ਮੰਗ ਸ਼ਾਸਤਰ ਪ੍ਰਵਿਰਤ ਤੇ। ਪੁੱਛਦਾ ਕਿ ਕਿਹੜੇ ਸ਼ਾਸਤਰ ਵਿੱਚ ਵਿਚਾਰ ਕਰਨੀ ਮੇਰੇ ਨਾਲ? ਫਿਰ ਖਾਲਸਾ ਜੀ ਲਾਲ ਨਾਵੇਂ ਪੰਡਤ ਦਾ ਹੰਕਾਰ ਨਿਵਰਤ ਹੋਇਆ। ਬੋਲਣਾ ਕਾਹਦਾ ਸੀਗਾ, ਇਹ ਬੋਲਣੋਂ ਰਹਿ ਗਿਆ। ਫਿਰ ਛੱਜੂ ਚੀਵਰ ਨੇ ਖਾਲਸਾ ਜੀ ਉਸ ਗੀਤਾ ਦੇ, ਫਿਰ ਭਾਗਵਤ ਗੀਤਾ ਦੇ ਸਾਰੇ ਅਰਥ ਕੀਤੇ। ਆਪ ਹੀ ਪੰਕਤੀ ਪੜ੍ਹਿਆ ਕਰਿਆ, ਇਹੋ ਜਿਹੇ ਅਰਥ ਕੀਤੇ ਜਿਹੜੇ ਬ੍ਰਾਹਮਣ ਦੇ ਕਦੇ ਕਿਸੇ ਵਿਦਿਆ ਪੜ੍ਹਾਉਣ ਵਾਲੇ ਨੇ ਨਾ ਕੀਤੇ, ਨਾ ਕਦੇ ਸੁਣੇ। ਭਾਵ ਕਵੀ ਜੀ ਕਹਿੰਦੇ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਦੇਵ ਜੀ ਮਹਾਰਾਜ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਦੇ ਚਰਨੀ ਲੱਗਦੇ, ਉਹਨਾਂ ਦੇ ਦਾਸ, ਉਹ ਵੀ ਕਮਜ਼ੋਰ ਨਹੀਂ ਰਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਕਧਾਰੀ। ਇਹੋ ਜੇ ਦਇਆ ਦੇ ਸਾਗਰ ਹਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਕ੍ਰਿਸ਼ਨ ਭਗਤ ਕੋ ਮੇਘਦ ਜਿਸਨ। ਤੇ ਜਿਹੜੀ ਭਗਤ ਰੂਪੀ ਕ੍ਰਿਸ਼ਨ ਖੇਤੀ ਹੈ ਉਹਨੂੰ ਮੇਘਦ, ਉਹ ਜਲ ਦੇਣ ਵਾਲੇ ਹਨ, ਜਿਹੜੇ ਵਿੱਚ ਜਿਵੇਂ ਜਸ਼ਨ ਇੰਦਰ ਨੂੰ ਵੀ ਕਹਿੰਦੇ ਆ, ਭਾਵ ਬੱਦਲ ਵੀ ਹੈ। ਖੇਤੀ ਭਗਤ ਰੂਪੀ, ਜਿਵੇਂ ਉਹ ਸੰਸਾਰ ਵਿੱਚ ਖਾਲਸਾ ਜੀ ਖੇਤੀ ਸੁੱਕਦੀ ਨੂੰ ਬੱਦਲ ਜਲ ਦੇ ਕੇ ਹਰਿਆ ਕਰਦਾ, ਇਹ ਭਗਤੀ ਰੂਪੀ ਖੇਤੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਦੇਵ ਜੀ ਮਹਾਰਾਜ ਦੇ ਦਰਸ਼ਨ ਤੇ ਮਹਾਰਾਜ ਦੀ ਸਿਮਰਤੀ, ਮਹਾਰਾਜ ਦਾ ਨਾਮ, ਉਹ ਬੱਦਲਾਂ ਵੱਤ ਹਰਿਆ ਭਰਿਆ ਕਰਨ ਵਾਲਾ ਹੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ
ਨਿਤਾ ਪ੍ਰਤ ਸ੍ਰੀ ਸਤਿਗੁਰੂ। ਇਸੇ ਪ੍ਰਕਾਰ ਕਵੀ ਜੀ ਅੱਗੇ ਦੱਸ ਰਹੇ ਹੈ। ਭਾਈ ਪਿਛਲਾ ਪ੍ਰਸੰਗ ਸਾਧ ਸੰਗ ਜੀ ਆਪ ਜੀ ਨੇ ਸ਼ਰਵਣ ਕੀਤਾ। ਪਹਿਲੀ ਰਾਸ ਦਾ ਇੱਥੇ 10ਵਾਂ ਅੰਸੂ ਆਰੰਭ ਹੁੰਦਾ ਹੈ। ਤੋ ਕਵੀ ਜੀ ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨਿਤਾ ਪ੍ਰਤੀ ਰੋਜ਼ ਹੀ ਇਹੋ ਬਿਦ ਕਰਤ ਉਚਾਰ। ਇਹ ਕਿਰਿਆ ਕਰਦੇ ਸੀ। ਨਿਤਾ ਪ੍ਰਤੀ ਸਤਿਗੁਰਾਂ ਦੀ ਕੀ ਕਿਰਿਆ ਕਵੀ ਜੀ ਅਸੀਂ ਦੱਸ ਰਹੇ ਹਾਂ। ਸੁਣਤ ਉਚਾਰਤ ਸਿੱਖ ਕੋ। ਕੀ ਕਰਦੇ ਸੀ ਕਿ ਸਦਾ ਸਿੱਖਾਂ ਦੇ ਤਾਈਂ ਸਿੱਖਾਂ ਦੇ ਬਚਨ ਸੁਣਨੇ ਤੇ ਉਚਾਰਤ ਸਿੱਖ ਕੋ ਤੇ ਸਿੱਖਾਂ ਨੂੰ ਖਾਲਸਾ ਜੀ ਜਿਹੜੇ ਵੇ ਆਪਣਾ ਉਪਦੇਸ਼ ਸਿੱਖਿਆ ਜਿਹੜੀ ਵੇ ਸ਼ਬਦ ਰੂਪ ਬਖਸ਼ਿਸ਼ਾਂ ਕਰਦੇ ਆ। ਭਾਉ ਜਲ ਕਰ ਹੈ ਪਾਰ। ਤੇ ਸੰਸਾਰ ਸਮੁੰਦਰ ਤੋਂ ਮਹਾਰਾਜ ਜੀ ਸਭ ਜੀਵਾਂ ਸਿੱਖਾਂ ਦੀ ਕਲਿਆਣ ਕਰ ਰਹੇ ਖਡੂਰ ਸਾਹਿਬ। ਚਾਪਈ ਜਾਮ ਜਾਮਣੀ ਜਾਗਰਨ ਹੋਏ। ਜਦੋਂ ਇੱਕ ਪਹਿਰ ਖਾਲਸਾ ਜੀ ਜਾਂ ਸਵਾ ਪਹਿਰ ਰਾਤ ਬਾਕੀ ਰਹਿੰਦੀ ਸੀ ਪਾਤਸ਼ਾਹ ਜੀ ਉਦੋਂ ਹੀ ਆਪਣਾ ਜਿਹੜਾ ਹੈ ਉਹ ਜਾਗ ਜਾਂਦੇ ਸੀਗੇ, ਉਥਾਨ ਹੋ ਜਾਂਦੇ ਆ। ਸਹਿਜਾਤ ਜਹਾਂ ਸੈਨ ਕੀ ਸੋਜੋਏ। ਜਿਹੜੇ ਆਸਣ ਤੇ ਮਹਾਰਾਜ ਜੀ ਵਿਰਾਜਮਾਨ ਹੋਏ ਹੁੰਦੇ ਸੀ ਰਾਤ ਨੂੰ ਸੌਣ ਵਾਲਾ ਜਿਹੜਾ ਸਥਾਨ ਸੀ ਉਹ ਛੱਡ ਦਿੰਦੇ, ਪਲੰਘਾਂ ਤੇ ਨਹੀਂ ਫਿਰ ਬੈਠਦੇ, ਭਾਵ ਕਿ ਝਾਟੀ ਉੱਠ ਪੈਂਦੇ ਆ ਸਵਾ ਪਹਿਰ ਰਾਤ ਰਹਿੰਦੇ ਆ। ਕਰਹਿ ਸਾਚ ਆਪਨ ਧੋਵਹਿ ਪਾਵਨ। ਤੇ ਆਪਣੀ ਜਿਹੜੀ ਖਾਲਸਾ ਜੀ ਸਰੀਰ ਦੀ ਕਿਰਿਆ ਹੈ ਮਲ ਮੂਤ ਦੀ ਕਿਰਿਆ ਕਰ ਫਿਰ ਆਪਣੇ ਪਾਵਨ ਪਵਿੱਤਰ ਹੱਥਾਂ ਨੂੰ ਸਾਫ਼ ਕੀਤਾ ਜਾਂਦਾ। ਪਾਵਨ ਹੋਣ ਕਰਹਿ ਰਦ ਧਾਵਨ। ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਇਸ਼ਨਾਨ ਕਰਨਾ। ਇਸ਼ਨਾਨ ਜਿਹੜੇ ਪਾਵਨ ਹੋਣ ਇਸ ਪ੍ਰਕਾਰ ਪਵਿੱਤਰ ਹੋਣ ਵਾਸਤੇ ਦਾਤਨ ਕੁਰਲੇ ਦੀ ਫਿਰ ਮਹਾਰਾਜ ਕਿਰਿਆ ਕਰਦੇ ਆ। ਬਾਹਰ ਬਦਨ ਅਰਬਿੰਦ ਪਖਾਰੈ। ਫਿਰ ਸੱਚੇ ਪਾਤਸ਼ਾਹ ਜੀ ਆਪਣਾ ਮੁਖਾਰ ਬਿੰਦ ਧੋਣਾ ਕਰਦੇ ਧੋਂਦੇ ਹਨ। ਸੀਤਲ ਨੀਰ ਇਸ਼ਨਾਨ ਸੁਧਾਰੈ। ਫਿਰ ਮਹਾਰਾਜ ਜਿਹੜੇ ਜਲ ਨਾਲ ਇਸ਼ਨਾਨ ਕਰਦੇ ਉਹ ਠੰਡਾ ਹੁੰਦਾ, ਭਾਵ ਕਿ ਜੈਸਾ ਮੌਸਮ ਹੁੰਦਾ ਜਿਹੋ ਜਿਹਾ ਜਲ ਹੁੰਦਾ ਨਾ ਉਸੇ ਨਾਲ ਹੀ ਭਰ ਭਰ ਕੇ ਮਹਾਰਾਜ ਜੀ ਇਸ਼ਨਾਨ ਕਰਦੇ ਆ। ਨਿਜ ਆਨੰਦ ਮੈਂ ਨਿਸਚਲ ਹੋਏ। ਤੇ ਫਿਰ ਆਪਣੇ ਆਨੰਦ ਵਿੱਚ ਨਿਸ਼ਚਲ ਅਚਲ ਹੋ ਜਾਂਦੇ ਹਨ, ਐਨ ਇੱਕ ਥਾਂ ਟਿਕ ਜਾਂਦੇ ਆ। ਲਗ ਸਮਾਧ ਨਿਰਵਿਕਲਪ ਹੋਏ। ਤੇ ਮਹਾਰਾਜ ਦੀ ਫਿਰ ਨਿਰਵਿਕਲਪ ਸਮਾਧੀ ਖਾਲਸਾ ਜੀ ਲੱਗ ਜਾਂਦੀ ਹੈ। ਇੱਕ ਸਾਵਿਕਲਪ ਸਮਾਧੀ ਹੁੰਦੀ ਹੈ ਜਿਹਦੇ ਵਿੱਚ ਖਾਲਸਾ ਜੀ ਅੰਤःਕਰਨ ਦਾ ਪਤਾ ਲੱਗਦਾ ਰਵੇ। ਮਨ ਚਿੱਤ ਹੰਕਾਰ, ਮਨ ਚਿੱਤ ਬੁੱਧ ਅਹੰਕਾਰ ਜਾਂ ਮਨ ਬੁੱਧ ਚਿੱਤ, ਤੇ ਇਹ ਮਾਣੀ ਫੁਰਨੇ ਕਰਦਾ, ਫੁਰਨੇ ਵੀ ਆਉਂਦੇ ਰਹਿਣ ਤੇ ਪਤਾ ਲੱਗਦਾ ਰਵੇ ਵੀ ਮੈਂ ਕਿੱਥੇ ਬੈਠਾ ਹਾਂ। ਇਹ ਖਾਲਸਾ ਜੀ ਸਾਵਿਕਲਪ ਸਮਾਧੀ ਹੁੰਦੀ ਆ ਜਿਹਦੇ ਵਿੱਚ ਵਿਕਲਪ ਸੰਕਲਪ ਫੁਰਦੇ ਰਹਿਣ। ਇੱਕ ਜਿਹੜੀ ਹੁੰਦੀ ਆ ਨਿਰਵਿਕਲਪ ਸਮਾਧੀ ਹੁੰਦੀ ਆ ਜਿਹਦੇ ਵਿੱਚ ਕੋਈ ਵਿਕਲਪ ਨਹੀਂ ਰਹਿੰਦਾ, ਕਿਉਂਕਿ ਮਨ ਬੁੱਧ ਚਿੱਤ ਇਹ ਖਾਲਸਾ ਜੀ ਇੱਥੋਂ ਜੀਵ ਦੀ ਬਿਰਤੀ ਉੱਪਰ ਉੱਠ ਜਾਂਦੀ ਵਾ, ਇਹ ਹੇਠਾਂ ਰਹਿ ਜਾਂਦੇ ਆ। ਮਨ ਬੁੱਧ ਚਿੱਤ ਦਾ ਕੋਈ ਪਤਾ ਨਹੀਂ ਅੰਤःਕਰਨ ਕੀ ਕਰ ਰਿਹਾ, ਕੀ ਇਹਦੀ ਕਿਰਿਆ ਹੋਵੇਗੀ। ਜਦੋਂ ਮਾਣੀ ਨਾ ਖਾਲਸਾ ਜੀ ਪਾਸ ਰਿਹਾ ਫਿਰ ਫੁਰਨੇ ਕਿੰਨੇ ਕਰਨੇ ਵਾ। ਇਹਨੂੰ ਨਿਰਵਿਕਲਪ ਸਮਾਧੀ ਆਖਦੇ ਵਾ। ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਟਿਕਦੇ ਵਾ ਤੇ ਹਜੂਰ ਨਿਰਵਿਕਲਪ ਸਮਾਧੀ ਵਿੱਚ ਉਥਾਨ ਜਿਹੜੇ ਵਾ ਉਹ ਪ੍ਰਵਿਰਤ ਹੋ ਜਾਂਦੇ ਆ। ਭਈ ਪ੍ਰਾਤ ਸੂਰਜ ਜਬ ਨਿਕਸਹਿ। ਤੇ ਮਹਾਰਾਜਿਓ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਚੌਂਕੜਾ ਲਾ ਨੇਤਰ ਬੰਦ ਕਰਕੇ ਟਿਕਦੇ ਵਾ। ਜਦੋਂ ਫਿਰ ਅੰਮ੍ਰਿਤ ਵੇਲਾ ਹੁੰਦਾ ਸੂਰਜ ਜਿਹੜਾ ਵਾ ਉਹ ਚੜ ਜਾਂਦਾ ਹੈ। ਕਮਲ ਬਿਲੋਚਨ ਸੁੰਦਰ ਬਿਕਸਹਿ। ਫਿਰ ਮਹਾਰਾਜ ਦੇ ਸੁੰਦਰ ਨੇਤਰ ਖੁੱਲਦੇ ਆ। ਹਜ਼ੂਰ ਜਿਹੜੇ ਵਾ ਆਪਣੇ ਮੂੰਦੇ ਹੋਏ ਨੇਤਰਾਂ ਨੂੰ ਖੋਲਦੇ ਆ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ। ਜਦੇ ਹੀ ਮਹਾਰਾਜ ਪ੍ਰਕਾਸ਼ ਕਰਦੇ ਨੇਤਰਾਂ ਦੀ ਜਿਹੜੀ ਪਹਿਲੀ ਦ੍ਰਿਸ਼ਟ ਜਿਸ ਵੀ ਪ੍ਰਾਣੀ ਮਾਤਰ ਤੇ ਪੈ ਜਾਵੇ। ਰੋਗ ਰੋਗੀ ਰੋਗ ਦੁਖੀ ਦੁਖ ਹਰੈ। ਜਿਹਦੇ ਤੇ ਮਹਾਰਾਜ ਦੀ ਪਹਿਲੀ ਨਿਗਾਹ ਪੈਂਦੀ ਉਸੇ ਰੋਗੀ ਦਾ ਰੋਗ, ਚਾਹੇ ਖਾਲਸਾ ਜੀ ਕੋੜ ਨਾਲ ਸਰੀਰ ਵੀ ਗਲਿਆ ਹੋਵੇ, ਝਾਟੀ ਜਿਹੜਾ ਵਾ ਕੰਚਨ ਵਰਗੀ ਦੇਹੀ ਪ੍ਰਾਪਤ ਕਰ ਲੈਂਦਾ। ਆਦ ਵਿਆਧ ਬਾਧਾ ਜੋ ਪਾਵੈ। ਚਾਹੇ ਆਦੀ ਰੋਗ ਜਿਹੜੇ ਹੁੰਦੇ ਖਾਲਸਾ ਜੀ ਮਨ ਕਰਕੇ, ਜਿਵੇਂ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਆਦੀ ਰੋਗ ਹੁੰਦੇ ਆ, ਇੱਕ ਵਿਆਧੀ ਹੁੰਦੇ ਆ ਜਿਹੜੇ ਖਾਲਸਾ ਜੀ ਆ ਸਰੀਰ ਵਿੱਚ ਪਾਕ ਪੈ ਜਾਣੀ, ਕੋਈ ਆ ਸਰੀਰ ਨੂੰ ਬਿਮਾਰੀ ਲੱਗ ਜਾਣੀ, ਇਹ ਵਿਆਧੀ ਰੋਗ ਆ। ਇੱਕ ਤੀਜੇ ਖਾਲਸਾ ਜੀ ਉਪਾਧੀ ਰੋਗ ਵੀ ਹੁੰਦੀ ਜਿਹੜੇ ਉੱਪਰੋਂ ਆ ਪੈਂਦੇ ਵਾ, ਜਿਵੇਂ ਕਿਸੇ ਨੂੰ ਗਾਲ ਮੰਦਾ ਕੱਢਿਆ, ਝਗੜਾ ਹੋ ਗਿਆ ਥਾਣੇ ਕਚਹਿਰੀ, ਜਾਂ ਕੋਈ ਖਾਲਸਾ ਜੀ ਆਪਦੀ ਆਪਹੁਦਰੀ ਕਰਕੇ ਕੋਈ ਲੱਤ ਬਾਂਹ ਤੜਵਾ ਲੈਣੀ, ਇਹਨੂੰ ਉਪਾਧੀ ਰੋਗ ਆਖਦੇ ਵਾ ਜਿਹੜੇ ਆਣ ਉੱਪਰੋਂ ਆਣ ਪੈਣ। ਤੋ ਖਾਲਸਾ ਜੀ ਚਾਹੇ ਕੋਈ ਆਦੀ ਵਿਆਧੀ, ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ,
ਤਿੰਨੇ ਤਾਪਾਂ ਦੇ ਨਾਸ਼ਕ ਹਨ। ਸਤਿਗੁਰਾਂ ਦੀ ਨੇਤਰਾਂ ਦੀ ਐਸੀ ਦ੍ਰਿਸ਼ਟੀ ਹੈ। ਜਾਣ ਸਮੋ ਆਗੇ ਚਲ ਆਵੈ। ਤੇ ਇਸ ਪ੍ਰਕਾਰ ਜਿਹੜਾ ਵਾ ਇਹਨੂੰ ਆਪਦਾ ਸਮਾਂ ਜਾਣ ਕੇ ਨਾ, ਜਿਹੜਾ ਵੀ ਆਪਦੇ ਤੇ ਕਿਰਪਾ ਚਾਹੁੰਦਾ ਭੱਜ ਕੇ ਅੱਗੇ ਆ ਜਾਂਦਾ ਵੀ ਹੁਣ ਮਹਾਰਾਜ ਨੇਤਰ ਖੋਲਣਗੇ, ਸਮਾਂ ਹੋ ਗਿਆ। ਸਿੱਖ ਜਿਹੜੇ ਖਾਲਸਾ ਜੀ ਨੇ, ਜਿਹੜੇ ਜੀਵਾਂ ਨੂੰ ਕੋਈ ਬਹੁਤੇ ਭੈੜੇ ਭਿਅੰਕਰ ਰੋਗ ਜਿਨ੍ਹਾਂ ਨੂੰ ਵੈਦਾਂ ਨੇ ਵੀ ਜਵਾਬ ਦਿੱਤਾ ਹੋਇਆ, ਉਹ ਝਾਟੀ ਭੱਜ ਕੇ ਜਦੋਂ ਮਹਾਰਾਜ ਦੇ ਨੇਤਰ ਉਘੇੜਨ ਦਾ ਸਮਾਂ ਆਉਂਦਾ, ਭੱਜ ਭੱਜ ਕੇ ਅੱਗੇ ਆਉਂਦੇ ਆ। ਵਿਆਕੁਲ ਹੋਏ ਪੀਰ ਤੇ ਜੇਈ। ਜਿਹੜੇ ਜੀਵ ਹਾਏ ਹਾਏ ਕਰਦੇ ਸੀਗੇ, ਬੜੀ ਭੈੜੇ ਰੋਗਾਂ ਤੋਂ ਕੋੜ ਵਰਗੇ ਕੁਸ਼ਟੀ ਹੋਏ ਜਿਹੜੇ ਜੀਵ ਸਨ, ਤੇ ਬੜੇ ਭੈੜੇ ਰੋਗਾਂ ਤੋਂ ਦੁਖੀ ਸਨ, ਦ੍ਰਿਸ਼ਟ ਭਰੇ ਸੁਖ ਪਾਵੈ ਤੇਈ। ਜਦੇ ਹੀ ਮਹਾਰਾਜ ਨੇਤਰ ਪ੍ਰਕਾਸ਼ ਕਰਦੇ, ਜਿਹਦੇ ਤੇ ਨੇਤਰਾਂ ਦੀ ਨਿਗਾਹ ਪੈਂਦੀ ਵਾ, ਝਾਟੀ ਉਹ ਖਾਲਸਾ ਜੀ ਦਰੁਸਤ ਤੰਦਰੁਸਤ ਹੋ ਆਉਂਦਾ ਹੈ। ਭਈ ਜਗਤ ਮੈਂ ਬਿਦਤ ਸੁਬਾਤੀ। ਜਿਹੜੀ ਇਹ ਗੱਲ ਹੈ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਤੇ ਨੇਤਰ ਦ੍ਰਿਸ਼ਟੀ ਮਾਰਦੇ, ਪਹਿਲੀ ਨਿਗਾਹ ਉਹੀ ਜਿਹੜਾ ਵਾ ਦਰੁਸਤ ਹੋ ਜਾਂਦਾ ਹੈ। ਇਹ ਗੱਲ ਫੈਲਦੀ ਸਾਰੇ ਸੰਸਾਰ ਵਿੱਚ ਬੜੀ ਦੂਰ ਤੱਕ ਫੈਲ ਗਈ ਹੈ। ਆਏ ਅਨੇਕ ਖਰੇ ਹੋਏ ਪ੍ਰਾਤੀ। ਤੇ ਆਪਦੇ ਰੋਗ ਕਟਾਉਣ ਵਾਸਤੇ ਫਿਰ ਤੜਕੇ ਅੰਮ੍ਰਿਤ ਵੇਲੇ ਖਾਲਸਾ ਜੀ ਖਡੂਰ ਸਾਹਿਬ ਲੈਣਾ ਵੱਜ ਜਾਂਦੀਆਂ। ਬੜੇ ਜੀਵ ਹਾਏ ਹਾਏ ਦੀਆਂ ਆਵਾਜ਼ਾਂ ਕਰਦੇ, ਭੈੜੇ ਰੋਗਾਂ ਦੇ ਗ੍ਰਸੇ ਹੋਏ। ਇਹ ਗੱਲ ਸੰਸਾਰ ਵਿੱਚ ਬਿਦਤ ਹੋ ਆਈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਦੂਜੀ ਗੱਦੀ ਦੇ ਦੂਸਰੇ ਵਾਰਸ, ਜਿਹੜੇ ਦੂਸਰਾ ਸਰੂਪ, ਜਿਹਦੇ ਤੇ ਪਹਿਲੀ ਨਿਗਾਹ ਮਾਰਨ ਉਸੇ ਦੀ ਕਲਿਆਣ ਝਾਟੀ ਕਰ ਦਿੰਦੇ ਆ। ਜਾਣ ਕੇ ਖਾਲਸਾ ਜੀ ਰੋਗੀ ਲੋਕ ਖਡੂਰ ਸਾਹਿਬ ਨੂੰ ਚੱਲ ਚੱਲ ਕੇ ਆਉਣ ਲੱਗੇ। ਮਹਾਰਾਜ ਜਦੋਂ ਬੈਠਦੇ ਵੇ ਅੰਮ੍ਰਿਤ ਵੇਲਾ ਹੁੰਦਾ ਹੈ, ਸੂਰਜ ਚੜ੍ਹਨ ਤੱਕ ਤਾਂ ਖਡੂਰ ਸਾਹਿਬ ਵਿੱਚ ਖਾਲਸਾ ਜੀ ਤਿੰਨ ਸਿੱਟਣ ਨੂੰ ਜਗ੍ਹਾ ਨਹੀਂ ਰਹਿ ਜਾਂਦੀ। ਬੜੇ ਰੋਗੀ ਲੋਕ ਆਣ ਕੇ ਮਹਾਰਾਜ ਦੇ ਅੱਗੇ ਖੜ ਜਾਂਦੇ ਆ। ਸੰਕਟ ਨਸ਼ਟ ਹੈ ਸਦਨ ਸਿਧਾਰ ਹੈ। ਤੇ ਜਿਹਦਾ ਸੰਕਟ ਫਿਰ ਨਾਸ਼ ਹੋ ਆਉਂਦਾ, ਫਿਰ ਉਹ ਆਪਣੇ ਘਰ ਨੂੰ ਵਾਪਸ ਮੁੜਦਾ। ਸੋਹਣੀ ਦੇਹੀ ਪ੍ਰਾਪਤ ਕਰ, ਰੋਗ ਨਾਸ਼ ਕਰਵਾ। ਜਹ ਕਹੇ ਸ੍ਰੀ ਗੁਰ ਜਸ ਵਿਸਥਾਰ ਹੈ। ਇਹ ਵਡਿਆਈ ਜਿਹੜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ, ਉਹ ਜਿੱਥੇ ਕਿੱਥੇ ਫੈਲ ਰਹੀ ਵਾ। ਕਿਉਂਕਿ ਜਦੋਂ ਇੱਥੋਂ ਜਾਂਦੇ ਜਿਹੜੇ ਠੀਕ ਹੋ ਕੇ, ਉਹ ਜਾ ਕੇ ਫਿਰ ਲੋਕਾਂ ਵਿੱਚ ਦੱਸਦੇ ਆ ਵੀ ਭਾਈ ਮੈਂ ਇਹੋ ਜਿਹਾ ਸੀ ਤੇ ਆਹ ਦ੍ਰਿਸ਼ਟੀ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਨੇ, ਬੜੀ ਮਿਹਰਾਮਤ ਕੀਤੀ ਮੇਰੇ ਤੇ। ਇਉਂ ਜਾ ਕੇ ਫਿਰ ਜਾ ਕੇ ਵਡਿਆਈ ਕਰਦੇ ਆ ਗੁਰੂ ਪਾਤਸ਼ਾਹ ਦੀ। ਬਹਾਰ ਦਾ ਬਾਬੀ ਕੀਰਤਨ ਗਾਵੈ। ਇਸ ਤੋਂ ਬਾਅਦ ਖਾਲਸਾ ਜੀ ਦੀ ਬਾਣ ਸਜਦਾ, ਰਬਾਬੀ ਜਿਹੜੇ ਸਿੱਖ ਵਾ ਉਹ ਕੀਰਤਨ ਗਾਉਣਾ ਆਰੰਭ ਕਰਦੇ ਆ। ਸੁਣਹਿ ਬੀਚ ਸੰਗਤ ਹਰ ਖਾਵੈ। ਤੇ ਸਾਰੀ ਸੰਗਤ ਬੈਠ ਕਰਕੇ ਸੁਣਦੀ। ਮਹਾਰਾਜ ਹਜ਼ੂਰ ਵੀ ਸੁਣ ਕੇ ਬੜੀ ਖੁਸ਼ੀ ਮਨਾਉਂਦੇ ਵਾ। ਬੈਠੇ ਰਹਿ ਸਿੰਘਾਸਨ ਫੇਰ। ਇਸ ਤੋਂ ਬਾਅਦ ਮਹਾਰਾਜ ਜੀ ਸਿੰਘਾਸਣ ਉੱਪਰ ਇੱਕ ਰਸ ਬੈਠੇ ਰਹਿੰਦੇ ਆ। ਸਿੱਖ ਸੰਗਤ ਸਭ ਦਰਸ਼ਨ ਹੇਰ। ਜਿਹੜੀ ਸੰਗਤ ਵਾ ਉਹ ਮਹਾਰਾਜ ਦੇ ਸਿੰਘਾਸਣ ਤੇ ਬਰਾਜੇ ਜਿਹੜੇ ਵਾ ਟਿਕਿਆਂ ਹੋਇਆਂ ਦੇ ਫਿਰ ਦਰਸ਼ਨ ਕਰਦੀ ਵਾ, ਸੁਭਾਏਮਾਨ ਹੋਇਆਂ ਦੇ। ਦੋਹਰਾ ਸ਼੍ਰੀ ਗੁਰੂ ਨਾਨਕ ਕੀ ਸਦਾ। ਤੇ ਉੱਥੇ ਫਿਰ ਮਹਾਰਾਜ ਬੈਠੇ ਸਿੰਘਾਸਣ ਤੇ ਕੀ ਕਰਦੇ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਚਾ ਕਰਤ ਉਦਾਰ। ਮਹਾਰਾਜ ਦੀ ਚਰਚਾ ਕਰਦੇ ਆ। ਫਿਰ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਬੜੀਆਂ ਸਾਖੀਆਂ ਪੁਰਾਣੇ ਸਿੱਖਾਂ ਪਾਸੋਂ ਸੁਣਦੇ ਆ। ਬੜੀ ਵਡਿਆਈ ਸਿੱਖਾਂ ਨੂੰ ਆਪ ਵੀ ਮਹਾਰਾਜ ਗੁਰੂ ਨਾਨਕ ਦੇਵ ਜੀਆਂ ਦੀ ਦੱਸ ਰਹੇ ਆ। ਜਥਾ ਚਰਿਤਰ ਪਵਿੱਤਰ ਬਹੁ ਜਗ। ਵੀ ਜਿਹੋ ਜਿਹਾ ਕੌਤਕ ਤੇ ਮਹਾਰਾਜ ਦੀ ਸੋਭਾ ਆਭਾ ਸੀਗੀ ਪਾਤਸ਼ਾਹ ਜੀਆਂ ਦੀ ਸੰਸਾਰ ਵਿੱਚ, ਜਗ ਵਿਚਿਤ੍ਰ ਵਿਸਤਾਰ। ਤੇ ਮਹਾਰਾਜ ਉਹ ਸਾਰੀ ਦੱਸਦੇ ਵਾ ਵੀ ਮਹਾਰਾਜ ਦੀ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬੜੀ ਮਹਿਮਾ ਹੈ। ਚੌਪਈ ਅਪਰ ਨ ਚਰਚਾ ਕੋਈ ਹੋਏ। ਹੋਰ ਨਹੀਂ ਖਾਲਸਾ ਦੀ ਸੰਗਤ ਵਿੱਚ ਕੋਈ ਦੂਜੀ ਗੱਲ ਕਰਦਾ, ਬਸ ਕੱਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਗੱਲਾਂ ਹੁੰਦੀਆਂ ਜਾਂ ਫਿਰ ਕੀਰਤਨ ਹੁੰਦਾ ਹੈ। ਜਗ ਕਾਰਜ ਕੀ ਜੇਤਕ ਸੁਜੋਏ। ਆ ਜਿੰਨੀਆਂ ਸੰਸਾਰ ਦੀਆਂ ਗੱਲਾਂ ਹੁੰਦੀਆਂ ਨਾ, ਜਿਵੇਂ ਆਪਣੇ ਕਈ ਵਾਰਾਂ ਖਾਲਸਾ ਜੀ ਇੱਥੇ ਸੰਗਤ 'ਚ ਹੀ ਲੱਗ ਜਾਂਦੇ ਆ ਬੋਲਣ, ਵਿੱਚ ਹੀ ਉਹ ਗੱਲਾਂ ਕਰਦੇ ਆ, ਜਾਂ ਖਾਲਸਾ ਜੀ ਦੀ ਬਾਣ ਸਜਿਆ ਹੋਵੇ। ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਸਾਧ ਸੰਗਤ ਜੀਓ ਗੁਰੂ ਅੰਗਦ ਪਾਤਸ਼ਾਹ ਦੇ ਸਰੂਪ ਹਨ 11ਵਾਂ। ਤੋ ਇਸੇ ਪ੍ਰਕਾਰ ਜਦੋਂ ਫਿਰ ਇੱਥੇ ਕਈ ਵਾਰੀ ਜ਼ਰੂਰੀ ਨਹੀਂ ਖਾਲਸਾ ਜੀ ਗ੍ਰੰਥੀ ਸਿੰਘ ਨਹੀਂ ਹੈ, ਤੇ ਫਿਰ ਉਹ ਮਾਈ ਭਾਈ ਕਈ ਵਾਰੀ ਇੱਥੇ ਉੱਚੀ ਉੱਚੀ ਗੱਲਾਂ ਟੱਕਰ ਜਾਂਦੇ, ਦੰਦ ਕੱਢਦੇ, ਹਾ ਹਾ ਦੀਆਂ ਆਵਾਜ਼ਾਂ ਮਹਾਰਾਜ ਦੇ ਦੀਵਾਨ ਚੋਂ ਖਾਲਸਾ ਜੀ ਸ਼ੋਭਾ ਨਹੀਂ ਦਿੰਦਾ ਹੈ। ਜਾਂ ਤਾਂ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਦੇ ਹੀ ਨਹੀਂ ਵੀ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਹੈ। ਜੇ ਮੰਨਦੇ ਹਾਂ ਤੇ ਖਾਲਸਾ ਜੀ ਆ ਉਹਨਾਂ ਸਿੱਖਾਂ ਦੀ ਸ਼ੋਭਾ ਹੈ
ਕਹਿੰਦੇ ਆ ਖਡੂਰ ਸਾਹਿਬ ਕੋਈ ਦੂਜੀ ਗੱਲ ਨਹੀਂ ਹੁੰਦੀ ਦੀਵਾਨ ਵਿੱਚ ਕਿ ਫਲਾਣਾ ਜੰਮ ਪਿਆ ਜੀ, ਫਲਾਣੇ ਦੇ ਆ ਹੋ ਗਿਆ, ਕਿਸੇ ਨੇ ਆ ਕੁਝ ਖਰੀਦ ਲਿਆ, ਕਿਸੇ ਨੇ ਆ ਵੇਚ ਦਿੱਤਾ। ਗੁਰੂ ਘਰ ਵਿੱਚ ਉਸ ਸਮੇਂ ਖਾਲਸਾ ਜੀ ਇਹ ਖਡੂਰ ਸਾਹਿਬ ਇਹੋ ਜੀ ਗੱਲ ਨਹੀਂ ਕਦੇ ਹੁੰਦੀ। ਕੇਵਲ ਕੀਰਤਨ ਹੁੰਦਾ ਤੇ ਜਾਂ ਫਿਰ ਸਾਧ ਸੰਗਤ ਜੀਓ ਜਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿਫਤ ਵਡਿਆਈ ਮਹਾਰਾਜ ਆਪ ਸੰਗਤਾਂ ਨੂੰ ਸੁਣਾਉਂਦੇ ਜਾਂ ਫਿਰ ਸੁਣਦੇ ਸਿੱਖਾਂ ਪਾਸੋਂ। ਹੋਰ ਆ ਸੰਸਾਰ ਦੇ ਕਾਰ ਵਿਹਾਰ ਕਰਨ ਨੂੰ ਖਾਲਸਾ ਜੀ ਬੜੇ ਖੁੰਡ ਪਏ, ਉੱਥੇ ਜਾ ਕੇ ਜਿੰਨੀ ਮਰਜ਼ੀ ਕੋਈ ਚਰਚਾ ਕਰੇ। ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਖਾਲਸਾ ਜੀ ਬਾਣੀ ਤੋਂ ਸਿਵਾ ਕੋਈ ਬਚਨ ਨਾ ਹੋਵੇ। ਇਹ ਇਤਿਹਾਸ ਇਹ ਗਵਾਹੀ ਭਰ ਰਹੇ ਆ। ਰਹੋ ਵਿਚਾਰ ਕਵੀ ਜੀ ਕਹਿੰਦੇ ਖਡੂਰ ਸਾਹਿਬ ਦੀ ਪਾਵਨ ਧਰਤੀ ਮਹਾਰਾਜ ਕੋਈ ਹੋਰ ਬਚਨ ਨਹੀਂ ਕਰਨ ਦਿੰਦੇ ਕਿਸੇ ਨੂੰ।